ਨੌਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ, ਅੱਜ ਅਸੀਂ CBSE ਵੱਲੋਂ ਨਿਰਧਾਰਿਤ ਪਾਠ ਪੁਸਤਕ ਪੰਜਾਬੀ ਸਾਹਿਤਮਾਲਾ ਪੰਜਾਬੀ ਕਵਿਤਾ ਤੇ ਵਾਰਤਕ ਭਾਗ 9 ਵਿੱਚੋਂ ਵਾਰਤਕ ਲੇਖ ਬੇਬੇ ਜੀ ਪੜ੍ਹਨ ਜਾ ਰਹੇ ਹਨ, ਜਿਸ ਦੇ ਲੇਖ ਹਨ ਹਰਪਾਲ ਸਿੰਘ ਪੰਨੂ। ਇਸ ਲੇਖ ਵਿੱਚ ਲੇਖਕ ਨੇ ਇੱਕ ਬਹੁਤ ਹੀ ਸੁਘੜ ਸਿਆਣੀ ਸੂਝਵਾਨ ਔਰਤ ਭਾਵ ਆਪਣੀ ਬੇਬੇ ਦਾ ਵਰਣਨ ਕੀਤਾ ਹੈ। 4-5 ਸਾਲ ਦੀ ਉਮਰ ਤੱਕ ਆਪਣਾ ਬਚਪਨ ਮੈਨੂੰ ਯਾਦ ਹੈ। ਬੇਬੇ ਸਿਰ ਉੱਪਰ ਘੜਾ ਚੁੱਕੀ ਖੂਹੀ ਉੱਪਰ ਪਾਣੀ ਭਰਨ ਜਾਂਦੀ ਤਾਂ ਹਰ ਗੇੜੇ ਮੈਂ ਉਸਦੇ ਕਮੀਜ਼ ਦੀ ਕੰਨੀ ਭਾਵ ਥੱਲਿਓਂ ਸਭ ਤੋਂ ਨੀਚੇ ਤੋਂ ਕਮੀਜ਼ ਜਿਹੜਾ ਹੈ ਉਹਨੂੰ ਫੜ ਲੈਂਦਾ ਸੀ, ਨਾਲ ਤੁਰੀ ਜਾਂਦਾ। ਕਈ ਵਾਰ ਲੱਤਾਂ ਵਿੱਚ ਉਲਝ ਕੇ ਡਿੱਗਦਾ ਤੇ ਬੇਬੇ ਡਿੱਗਣੋਂ ਮਸਾਂ ਬਚਾਉਂਦੀ। ਜਦੋਂ ਬੇਬੇ ਘਰ ਵਿੱਚ ਹੁੰਦੀ ਤਾਂ ਦਿਨ ਰਾਤ ਤਿਉਹਾਰ ਵਰਗੇ ਹੁੰਦੇ। ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰਖਤਾਂ ਤੇ ਚੜ੍ਹਦੇ, ਉਤਰਦੇ, ਛਾਲਾਂ ਮਾਰਦੇ। ਹਰ ਦਿਨ ਰਾਤ ਤਿਉਹਾਰ ਵਰਗਾ ਲੱਗਦਾ, ਮਤਲਬ ਕਿ ਬਹੁਤ ਖੁਸ਼ੀ ਹੁੰਦੀ ਜਦੋਂ ਬੇਬੇ ਘਰ ਹੁੰਦੀ। ਛਾਲਾਂ ਮਾਰਦੇ, ਨਹਿਰ ਵਿੱਚ ਛਾਲਾਂ ਮਾਰਦੇ, ਰੇਤ ਵਿੱਚ ਲਿਟਦੇ, ਫਿਰ ਨਹਿਰ ਵਿੱਚ ਛਾਲ। ਸੱਟ ਫੇਟ ਬਿਮਾਰੀ ਨੇੜੇ ਤੇੜੇ ਨਹੀਂ ਸੀ। ਜਿਉਂਦਾ ਜਾਗਦਾ ਪੂਰਾ ਘਰ ਹੁੰਦਾ। ਜਦੋਂ ਕਦੀ ਬੇਬੇ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਅਸੀਂ ਚੁੱਪਚਾਪ ਗੁੰਮ-ਸੁੰਮ ਜੇ ਫਿਰਦੇ। ਇੱਧਰ ਉੱਧਰ ਆਪਸ ਵਿੱਚ ਗੱਲ ਕਰਨੀ ਵੀ ਚੰਗੀ ਨਾ ਲੱਗਦੀ। ਬਾਪੂ ਦਾ ਸੁਭਾਅ ਸਖਤ ਸੀ ਪਰ ਖਿਆਲ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਨਹੀਂ, ਕਿਉਂਕਿ ਫਿਰ ਰੋਣੋਂ ਨਹੀਂ ਹਟਦੇ। ਜਦੋਂ ਕਦੀ ਵੇਲੇ ਸਿਰ ਬੇਬੇ ਸਾਡੇ ਲਈ ਕੱਪੜੇ ਨਾ ਖਰੀਦ ਸਕਦੀ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਹ ਉਦੋਂ ਰੋਂਦੀ ਜਦੋਂ ਅਸੀਂ ਸਕੂਲ ਚਲੇ ਜਾਂਦੇ। ਕਿ ਭਾਵ ਸਾਡੇ ਸਾਹਮਣੇ ਉਹ ਨਹੀਂ ਰੋਂਦੀ ਸੀ, ਆਪਣਾ ਦੁੱਖ ਉਹ ਬਾਅਦ ਵਿੱਚ ਰੋ ਕੇ ਹਲਕਾ ਕਰਦੀ। ਇਹੋ ਜਿਹੇ ਮੌਕਿਆਂ ਤੇ ਉਹ ਸਾਡੇ ਨਾਨਕੀ ਜਾ ਪੁੱਜਦੀ। ਮਾਮੇ ਚੰਗੇ ਵਾਹੀਕਾਰ ਸਨ। ਵਾਹੀਕਾਰ ਮਤਲਬ ਉਹਨਾਂ ਦੀ ਬਹੁਤ ਖੇਤੀ ਸੀ ਤੇ ਦੋਹਾਂ ਕੋਲ 50 ਏਕੜ ਜ਼ਮੀਨ ਸੀ। ਉੱਥੋਂ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਦੁੱਧੋਂ ਹਟੀ ਮੱਝ ਜਾਂ ਗਾਂ ਲੈ ਜਾਂਦੇ ਤੇ ਤਾਜ਼ੀ ਸੂਈ ਛੱਡ ਜਾਂਦੇ। ਤਾਜ਼ੀ ਸੂਈ ਤੋਂ ਮਤਲਬ ਕਿ ਜਿਹੜੀ ਦੁੱਧ ਦੇਣ ਦੀ ਹੁੰਦੀ ਸੀ। ਘਿਓ ਦਿੰਦੇ, ਖੋਆ ਦਿੰਦੇ, ਘੋੜੀ ਉੱਪਰ ਝੂਟੇ ਦਿੰਦੇ। ਹੋਰ ਸੁਰਗ ਕਿਹੋ ਜਿਹਾ ਹੋਇਆ ਕਰਦਾ ਹੈ। ਇੱਕ ਵਾਰ ਘਰ ਵਿੱਚ ਤੰਗੀ ਹੋਣ ਕਾਰਨ ਮੈਨੂੰ ਨਾਨਕੇ ਤੋਰ ਦਿੱਤਾ। ਬੇਬੇ ਨੇ ਤੋਰਦਿਆਂ ਹੋਇਆਂ ਕਿਹਾ, ਅਕਲ ਨਾਲ ਹਲੀਮੀ ਨਾਲ ਗੱਲ ਕਰੀ। ਹਲੀਮੀ ਮਤਲਬ ਹੌਲੀ। ਤੇਰੀ ਮਾਮੀ ਚੰਗੀ ਹੈ ਬੜੀ, ਉਹਦੇ ਨਾਲ ਅੱਡ ਗੱਲ ਕਰੀ, ਮਾਮੇ ਨਾਲ ਅੱਡ ਜਾ, ਗੁਰੂ ਰਾਖਾ। ਬੇਬੇ ਦੀ ਸਿੱਖਿਆ ਅਨੁਸਾਰ ਮੈਂ ਸਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ। ਪਟਿਆਲੇ ਪੜ੍ਹਦਿਆਂ ਮੈਂ ਮਹੀਨੇ ਵਿੱਚ ਇੱਕ ਵਾਰ ਨਾਨਕੇ ਜਾਂਦਾ, ਦੂਜੀ ਵਾਰੀ ਦਾਦਕੇ ਪਤਾ ਨਾ ਜਿਹੜਾ ਆਪਣਾ ਦਾਦੀ ਵਾਲਾ ਪਿੰਡ ਹੁੰਦਾ, ਨਾਨਕੇ ਨਾਨੀ ਵਾਲਾ ਪਿੰਡ। ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਛਲਕਦੀਆਂ। ਪਿੰਡੋਂ ਜਦੋਂ ਮੈਂ ਕਹਿੰਦਾ ਬੱਸ ਫੜ ਕੇ ਫਿਰ ਪਟਿਆਲੇ ਨੂੰ ਜਾਣ ਲੱਗਦਾ ਤੇ ਬੇਬੇ ਦੀਆਂ ਅੱਖਾਂ ਛਲਕਦੀਆਂ, ਭਾਵ ਬੇਬੇ ਰੋਣ ਲੱਗ ਜਾਂਦੀ। ਖੂਬ ਹੱਸਦਾ ਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ ਹਾਂ ਜੋ ਰੋਣ ਧੋਣ ਸ਼ੁਰੂ ਹੋ ਗਿਆ। ਬੇਬੇ ਅੱਖਾਂ ਪੂੰਝ ਕੇ ਆਖਦੀ, ਕਟਰੂ ਵਸ਼ਰੂ ਸਰਹੱਦਾਂ ਉੱਪਰ ਦੁਸ਼ਮਣ ਨਾਲ ਲੜ ਨਹੀਂ ਜਾਂਦੇ। ਕਟਰੂ ਵਸ਼ਰੂ ਹੁੰਦੇ ਨੇ ਜਿਹੜੇ ਕਟਰੂ ਹੁੰਦੇ ਨੇ ਮੱਝਾਂ ਦੇ ਬੱਚੇ। ਵਸ਼ਰੂ ਕਿਹਨੂੰ ਕਹਿੰਦੇ ਨੇ? ਗਾਂ ਦੇ ਬੱਚੇ ਛੋਟੇ ਜਿਹੜੇ ਹੁੰਦੇ ਆ। ਬੇਬੇ ਅੱਖਾਂ ਪੂੰਝ ਕੇ ਆਖਦੀ, ਕਟਰੂ ਵਸ਼ਰੂ ਸਰਹੱਦਾਂ ਉੱਪਰ ਦੁਸ਼ਮਣ ਨਾਲ ਲੜ ਨਹੀਂ ਜਾਂਦੇ। ਤੂੰ ਦੇਖਿਆ ਨਹੀਂ, ਅੱਖਾਂ ਤੋਂ ਦੂਰ ਹੋਣ ਲੱਗਣ ਤਾਂ ਗਾਵਾਂ ਮੱਝਾਂ ਰਿੰਗਣ ਲੱਗਦੀਆਂ ਹਨ, ਰੱਸੇ ਤੜਾਉਂਦੀਆਂ ਨੇ। ਜਦੋਂ ਗਾਂ ਮੱਝ ਦਾ ਬੱਚਾ ਕਿਤੇ ਇੱਧਰ ਉੱਧਰ ਹੋ ਜਾਵੇ ਤੇ ਉਹ ਕੀ ਅੜਿੰਗਣਾ ਸ਼ੁਰੂ ਕਰ ਦਿੰਦੀਆਂ ਨਾ, ਰੱਸੇ ਤੜਾਉਣੇ ਸ਼ੁਰੂ ਕਰ ਦਿੰਦੀਆਂ ਕਿ ਸਾਡਾ ਬੱਚਾ ਕਿੱਥੇ ਗਿਆ। ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਹਨ ਕਿ ਜਿੱਥੇ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਠਾਕ ਹੈ। ਅੱਖੋਂ ਪਰੋਖੇ ਦੁਸ਼ਮਣ ਦੀ ਸਰਹੱਦ ਹੁੰਦੀ ਹੈ, ਕੀ ਪਤਾ ਕਦ ਵਾਪਰ ਜਾਏ। ਤੈਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ, ਹੋ ਸਕਦਾ ਕਦੇ ਵੀ ਨਾ ਸਮਝ ਆਏ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ। ਉਹਨੂੰ ਹੱਸ ਕੇ ਕਹਿੰਦੀ ਕਿ ਮਾਂ ਹੋਣਾ ਨਹੀਂ, ਕਿਉਂਕਿ ਤੂੰ ਤੇ ਜਦੋਂ ਵੀ ਬਣੇਗਾ ਬਾਪ ਹੀ ਬਣੇਗਾ। ਫਿਰ ਉਹ ਅਸੀਸਾਂ ਦੇ ਕੇ ਤੋਰਦੀ। ਬੇਬੇ ਦੱਸਿਆ ਕਰਦੀ, ਤੇਰੀ ਛੋਟੀ ਮਾਮੀ ਗੁਰਦਿਆਲ ਕੌਰ ਦਾ ਰੰਗ ਧੁੱਪ ਵਰਗਾ ਸੀ, ਲਾਲੀਆਂ ਝੜਦੀਆਂ ਸਨ ਮੂੰਹ ਤੇ, ਹੀਰ ਸੀ ਬਸ, ਮਿਹਨਤ ਨਾਲ ਘੜੀ ਰੱਬ ਨੇ।
ਕੰਧ ਤੋਂ ਉੱਤਰ ਕੇ ਜਿਵੇਂ ਕੋਈ ਤਸਵੀਰ ਤੁਰਨ ਲੱਗੇ। ਭਾਬੀ ਕਾਨੂੰ ਮੇਰੀ ਤਾਂ ਸਹੇਲੀ ਸੀ। ਇੱਕ ਦਿਨ ਕਿਹਾ, ਕੁੜੇ ਖਿਆਲ ਰੱਖੀ ਮੇਰਾ, ਤੇਰੀ ਇਹ ਨੰਦ ਗਰੀਬਣੀ ਹੈ। ਉਹ ਮੇਰੇ ਪੈਰੀ ਚੁੰਨੀ ਰੱਖ ਕੇ ਬੋਲੀ, ਮੈਂ ਕਾਹਦਿਆਂ ਇਸ ਘਰ ਦੀ ਮਾਲਕਣ, ਮੈਂ ਤਾਂ ਥਾਂਦੀ ਆ। ਥਾਂਦੀ ਹੁੰਦਾ ਕੰਮ ਕਰਨ ਵਾਲੀ ਗੋਲੀ। ਤੁਹਾਡੀ ਸਾਰਿਆਂ ਦੀ ਥਾਂਦੀ ਰਹੂੰਗੀ ਉਮਰ ਭਰ। ਦੁਸਹਿਰੇ ਤੋਂ ਪਹਿਲਾਂ ਸਾਡੇ ਕੱਚੇ ਘਰ ਦੀ ਲਿਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ। ਅਸੀਂ ਸਾਰੇ ਰਲ ਕੇ ਕੰਮ ਕਰਦੇ। ਦੁਸਹਿਰੇ ਤੋਂ ਪਹਿਲਾਂ ਤਾਂ ਬੱਚੇ ਹੁੰਦਾ ਸੀ ਕਿ ਉਦੋਂ ਬਰਸਾਤਾਂ ਖਤਮ ਹੁੰਦੀਆਂ ਸੀ ਤੇ ਉਸ ਤੋਂ ਬਾਅਦ ਬਰਸਾਤਾਂ ਪੈ ਕੇ ਮੀਂਹ ਪੈ ਕੇ ਹਟਦੇ ਸੀ। ਕੱਚੇ ਘਰ ਹੁੰਦੇ ਸੀ, ਉਹਨਾਂ ਦੀ ਸਾਫ਼ ਸਫਾਈ ਕੀਤੀ ਜਾਂਦੀ ਸੀ ਤੇ ਉਦੋਂ ਤੋਂ ਇਹ ਧਾਰਨਾ ਬਣ ਗਈ ਕਿ ਜਦੋਂ ਦੁਸਹਿਰੇ ਤੋਂ ਪਹਿਲਾਂ ਘਰ ਸਾਫ਼ ਸਫਾਈ ਹੁੰਦੀ ਸੀ, ਦੀਵਾਲੀ ਆਉਂਦੀ ਸੀ ਤੇ ਉਸੇ ਕਰਕੇ ਹੀ ਹੁਣ ਸਾਰੇ ਉਦੋਂ ਦੇ ਦੀਵਾਲੀ ਤੇ ਹੀ ਸਾਰੇ ਜਿਹੜੀਆਂ ਸਫਾਈਆਂ ਸ਼ੁਰੂ ਹੋ ਜਾਂਦੀਆਂ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ ਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਕੋਈ ਗਾਰੇ ਵਿੱਚ ਪਾਣੀ ਮਿਲਾ ਰਿਹਾ ਹੁੰਦਾ, ਦੂਜਾ ਕਈ ਨਾਲ ਗੋਹਾ ਅਤੇ ਤੂੜੀ ਗਾਰੇ ਵਿੱਚ ਰਲਾ ਰਿਹਾ ਹੁੰਦਾ। ਕੋਈ ਚੀਜ਼ਾਂ ਵਸਤਾਂ ਪਰੇ ਕਰ ਰਿਹਾ ਹੁੰਦਾ ਤੇ ਕੋਈ ਘਰ ਲਿਪਣ ਵਿੱਚ ਮਦਦਗਾਰ ਹੁੰਦਾ। ਖੁਰਲੀਆਂ ਤੱਕ ਸਭ ਕੁਝ ਲਿਪਿਆ ਜਾਂਦਾ। ਘਰ ਦੀਆਂ ਛੱਤਾਂ ਵੀ ਪਸ਼ੂਆਂ ਦੇ ਸਿੰਗਾਂ ਨੂੰ ਤੇਲ ਲਾ ਦਿੰਦੇ। ਚਾਰੇ ਪਾਸੇ ਸੁਗੰਧੀਆਂ। ਕੰਧਾਂ ਉੱਪਰ ਟੰਗਣ ਲਈ ਬਾਪੂ ਜੀ ਤਸਵੀਰਾਂ ਲਿਆਉਂਦੇ। ਕਣਕਾਂ ਪੱਕਣ ਲੱਗਦੀਆਂ, ਬੱਦਲ ਚੜ੍ਹ ਆਉਂਦੇ। ਵਿਸਾਖ ਦੇ ਮਹੀਨੇ ਤੇਜ਼ ਧਾਰ ਬਾਰਿਸ਼ਾਂ ਹੁੰਦੀਆਂ। ਅਸੀਂ ਆਖਦੇ, ਇਹ ਕਿਹੜੇ ਮੌਸਮ ਦਾ ਮੀਂਹ ਹੋਇਆ। ਬੇਬੇ ਆਖਦੀ, ਵਿਸਾਖ ਦਾ ਮਹੀਨਾ ਦੱਸਿਆ ਕਰਦਾ ਹੈ ਕਿ ਮੇਰੇ ਵਿੱਚ ਤੇ ਸੌਣ ਵਿੱਚ ਕੋਈ ਫਰਕ ਨਹੀਂ ਆ। ਇੰਨਾ ਕੁ ਫਰਕ ਹੈ ਕਿ ਮੇਰੇ ਪਿੱਛੇ ਤੁਰੇ ਆਉਂਦੇ ਮੇਰੇ ਪਿਛਲੱਗ ਜੇਠ ਅਤੇ ਹਾੜ ਖੇ ਅਡਾਊ ਹਨ। ਪਿਛਲੱਗ ਮਤਲਬ ਪਿੱਛੇ ਲੱਗਣ ਵਾਲੇ, ਖੇ ਅਡਾਊ ਮਿੱਟੀ ਉੱਡਣੀ ਇਹਨਾਂ ਮਹੀਨਿਆਂ ਦੇ ਵਿੱਚ। ਸੌਣ ਦੇ ਪਿੱਛੇ ਤੁਰੇ ਆਉਂਦੇ ਉਸ ਦੇ ਦੋਸਤ ਭਾਦੋਂ ਤੇ ਅੱਸੂ ਉਸੇ ਵਰਗੇ ਹਨ। ਖੌਰੂ ਪਾਊ ਤਾਂ ਸੌਣ ਦੀ ਕਦਰ ਬਣੀ। ਖੌਰੂ ਪਾਊ ਮਤਲਬ ਭਾਦਰੋਂ ਵਿੱਚ ਵੀ ਮੀਂਹ ਪੈਂਦੇ ਆ। ਅਗਸਤ ਦੇ ਮਹੀਨੇ ਜਦੋਂ ਮੀਂਹ ਪੈਂਦੇ ਆ, ਅਗਸਤ ਸਤੰਬਰ ਤੱਕ। ਗੱਲਾਂ ਕਰਦਿਆਂ ਸੁਣਦਿਆਂ ਉਪਮਾ ਅਲੰਕ ਬੇਬੇ ਦੇ ਮੂੰਹ ਸਹਿਜ ਸੁਭਾਅ ਉਤਰਦੇ। ਉਪਮਾ ਅਲੰਕ ਹੁੰਦੇ ਆ ਕਿ ਚੰਗੀ ਭਾਸ਼ਾ, ਵਧੀਆ ਅਲੰਕਾਰ ਉਹਦੇ ਨਾਲ ਉਹ ਲਾ ਲੈਂਦੇ ਸੀ। ਇੱਕ ਵੇਰ ਮੈਂ ਤੇ ਬੇਬੇ ਦੋਵੇਂ ਬੱਸ ਵਿੱਚ ਬੈਠੇ ਕਿਧਰੇ ਜਾ ਰਹੇ ਸਾਂ। ਦੋਹਾਂ ਨੂੰ ਅੱਡ-ਅੱਡ ਸੀਟ ਮਿਲੀ। ਥੋੜੀ ਦੇਰ ਬਾਅਦ ਬੇਬੇ ਆਪਣੀ ਸੀਟ ਤੋਂ ਉੱਠ ਕੇ ਮੇਰੀ ਸੀਟ ਉੱਪਰ ਨਾਲ ਹੀ ਤੰਗ ਜਿਹੀ ਹੋ ਕੇ ਬੈਠ ਗਈ। ਮੈਂ ਉੱਥੋਂ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਬੇਬੇ ਬੋਲੀ, ਉਹ ਸੀਟ ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਸੀ ਤਾਕੀ ਵਾਲੇ ਪਾਸੇ, ਉਸ ਦਾ ਮੂੰਹ ਦੇਖਿਆ। ਭੁਜੀਆ ਖਾਣ ਵੇਲੇ ਮੂੰਹ ਖੋਲਦਾ ਤਾਂ ਲੱਗਦਾ ਜਿਵੇਂ ਟੈਚੀ ਕੇਸ ਖੁੱਲ ਗਿਆ ਹੋਵੇ। ਬੇਬੇ ਜਿਹੜੀ ਉਹ ਮਖੌਲੀਆ ਸੁਭਾਅ ਦੀ ਸੀ। ਭੁਜੀਆ ਖਾਈ ਜਾਂਦਾ ਤੇ ਨਾਲ ਵਾਲੇ ਨਾਲ ਗੱਲਾਂ ਕਰੀ ਜਾਂਦਾ ਹੈ, ਹੱਸੀ ਵੀ ਜਾਂਦਾ ਹੈ। ਭੁਜੀਆ ਉਹਦੇ ਮੂੰਹ ਵਿੱਚੋਂ ਘਿਰਦਾ ਹੈ ਜਿਵੇਂ ਚੌਲਾਂ ਦੇ ਛੇਲਰ ਦੀ ਪਾਈਪ ਵਿੱਚੋਂ ਫੱਕ ਬਾਹਰ ਡਿੱਗਦੀ ਹੈ। ਉੱਥੇ ਹੀ ਨਹੀਂ ਬੈਠਿਆ ਜਾਂਦਾ ਮੇਰੇ ਤੋਂ। ਇਹ ਤਾਂ ਅੰਬ ਵੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੋਏਗਾ, ਸਾਬਤ ਗੁਠਰੀ ਸਣੇ। ਮੇਰਾ ਹਾਸਾ ਨਾ ਰੁਕਿਆ। ਬੇਬੇ ਜਿਵੇਂ ਭਾਸ਼ਾ ਦੀ ਟਕਸਾਲ ਹੋਵੇ। ਟਕਸਾਲ ਜਿੱਥੇ ਸਿੱਕੇ ਘੜੇ ਜਾਂਦੇ, ਜਿਹੜੀ ਜਗ੍ਹਾ ਹੁੰਦੀ ਆ ਕਿ ਉੱਥੋਂ ਭਾਸ਼ਾ ਫਟਾਫਟ ਉਹ ਜਿਹੜੀ ਆ ਕੱਢ ਕੇ ਭੇਜੀ ਜਾ ਰਹੀ ਆ। ਅੰਬ ਵੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੋਵੇ, ਭਾਵ ਕਿ ਉਸ ਬੰਦੇ ਦਾ ਮੂੰਹ ਕਾਫੀ ਵੱਡਾ ਸੀ, ਚੌੜਾ ਸੀ। ਕੋਈ ਵੱਡੇ ਜੋਖਮ ਭਰਿਆ ਕੰਮ ਛੇੜਨ ਵੇਲੇ ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ ਤਾਂ ਉਹ ਆਖਦੀ, ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਮਖਿਆਲ ਹੁੰਦਾ ਸ਼ਹਿਦ। ਉਹ ਕਹਿੰਦਾ ਕਿ ਸ਼ਹਿਦ ਵਾਲੀਆਂ ਮੱਖੀਆਂ ਦੇ ਡੰਗ ਤੋਂ ਡਰਦਿਆਂ ਬੰਦੇ ਨੇ ਸ਼ਹਿਦ ਖਾਣਾ ਤਾਂ ਨਹੀਂ ਸੀ ਛੱਡ ਦਿੱਤਾ। ਦੁਲੱਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਕੀ ਅਸੀਂ ਹਟ ਜਾਂਦੇ ਹਾਂ? ਕਦੀ ਕਿਹਾ ਹੈ ਕਿਸੇ ਨੇ ਕਿ ਇੰਨੀ ਤੂੜੀ ਵਿੱਚੋਂ ਕੌਣ ਦਾਣੇ ਕੱਢਦਾ ਫਿਰੇ ਖੇਤ ਵਿੱਚ? ਇਸ ਕਰਕੇ ਨਹੀਂ ਵਾਹੁਣ ਜਾਵਾਂਗੇ ਕਿ ਕੰਡਿਆਈ ਬੜੀ ਹੈ। ਕਿਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਧੀ ਹੈ ਅਸਾਂ। ਤੁਸੀਂ ਮਾੜੇ ਕੁ ਖਤਰੇ ਤੋਂ ਘਬਰਾ ਗਏ। ਭਾਵ ਕਿ ਬੇਬੇ ਜਿਹੜੀ ਸੀ ਉਦਾਹਰਨਾਂ ਦਿੰਦੀ ਸੀ ਕਿ ਇੰਨੇ ਔਖੇ ਕੰਮ ਕਰ ਲਈਦੇ, ਨਿੱਕੇ ਕੰਮ ਤੋਂ ਨਹੀਂ ਘਬਰਾਉਣਾ। ਜਵਾਨੀ ਦੇ ਦਿਨੀ ਇੰਨੀ ਤਾਕਤ ਹੋਇਆ ਕਰਦੀ ਸੀ, ਇੰਨਾ ਹੌਸਲਾ ਕਿ ਪਿਆਸ ਲੱਗੀ ਹੈ। ਫਿਰ ਕੀ ਹੋਇਆ ਜੇ ਪਾਣੀ ਨਹੀਂ? ਖੂਹ ਪੁੱਟੋ ਤੇ ਪਾਣੀ ਪੀਓ। ਔਖੀ ਚੀਜ਼ ਹੈ ਕਿਹੜੀ ਜੇ ਰੱਬ ਸਾਥ ਦੇਵੇ। ਭਰੋਸਾ ਰੱਖੋ, ਗੁਰੂ ਤੁਹਾਡੇ ਅੰਗ ਸੰਗ ਹੈ। ਬੇਬੇ ਨੂੰ ਜੇ ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਤਾਂ ਉਹ ਲਾਮਾ ਦੇਣ ਉਸੇ ਦੇ ਘਰ ਚਲੇ ਜਾਂਦੀ। ਆਖਦੀ, ਵੇ ਧਰਤੀ ਨੂੰ ਕੁੱਟ ਲਿਆ, ਜਿਹਾ ਜਨਾਨੀ ਨੂੰ ਕੁੱਟ ਲਿਆ। ਇਸ ਵਿੱਚ ਕਾਹਦੀ ਸੂਰਮਗਤੀ ਹੈ?
ਕੋਈ ਹੈ ਸ਼ਰਮ ਹਜਾ ਤੁਹਾਨੂੰ, ਡੋਬ ਦੇਗਾ ਇਸ ਗਊ ਦਾ ਹੋਕਾ, ਰੋਟੀ ਪੱਕਦੀ ਬੁਰੀ ਲੱਗੀ ਤੈਨੂੰ। ਬੇਸ਼ਰਮ। ਸੁਣ ਕੇ ਸਾਰੇ ਸੁੰਨ ਹੋ ਜਾਂਦੇ। ਇੱਕ ਵਾਰ ਪਿੰਡ ਕਿਸੇ ਕੰਮ ਕਿਸੇ ਦੇ ਘਰ ਗਈ। ਬੇਬੇ ਆ ਕੇ ਕਹਿਣ ਲੱਗੀ, ਬੜਾ ਵੱਡਾ ਟੱਬਰ ਹੈ ਉਹਨਾਂ ਦਾ। ਮੈਂ ਪੁੱਛਿਆ, ਤੁਸੀਂ ਕਿੱਥੋਂ ਦੇਖ ਲਿਆ ਸਾਰਾ ਟੱਬਰ? ਬੇਬੇ ਨੇ ਹੱਸ ਕੇ ਕਿਹਾ, ਟੱਬਰ ਦੇਖ ਕੇ ਕੀ ਕਰਨਾ ਸੀ, ਕਰਤਾਰ ਕੌਰ ਰੋਟੀਆਂ ਪਕਾਉਂਦੀ ਦੇਖੀ, ਵੱਡੀ ਪਰਾਤ ਵਿੱਚ ਗੁੰਨਿਆ ਹੋਇਆ ਆਟਾ, ਇਉਂ ਲੱਗਦਾ ਜਿਵੇਂ ਭੇਡ ਮਾਰ ਕੇ ਲਟਾਈ ਹੋਵੇ। ਮੈਨੂੰ ਖੂਬ ਹਾਸਾ ਆਇਆ। ਭੇਡ ਮਾਰ ਕੇ ਲਟਾਈ ਹੋਵੇ ਭਾਵ ਕਿ ਬਹੁਤ, ਜਿਸ ਤਰ੍ਹਾਂ ਭੇਡ ਦਾ ਸਰੀਰ ਵੱਡਾ ਹਰਾ ਜਿਹੜਾ ਉਹਨੂੰ ਪਾਇਆ ਹੋਵੇ, ਏਡੀ ਵੱਡੀ ਤੌਣ ਆਟੇ ਦੀ ਗੁੰਨੀ ਸੀ। ਸੁਨੇਹਾ ਮਿਲਿਆ, ਬੇਬੇ ਜੀ ਨੇ ਸੱਦਿਆ ਹੈ, ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਤੇ ਹਾਲ ਚਾਲ ਪੁੱਛਿਆ। ਬੇਬੇ ਕਹਿਣ ਲੱਗੀ, ਇੰਨੇ ਦਿਨ ਆਇਆ ਕਿਉਂ ਨਹੀਂ? ਕਿਉਂਕਿ ਲੇਖਕ ਜਿਹੜਾ ਸੀ ਉਹ ਆਪਣੀ ਬੇਬੇ ਤੋਂ ਦੂਰ ਸ਼ਹਿਰ ਰਹਿਣ ਲੱਗ ਪਿਆ ਸੀ। ਇੰਨੇ ਦਿਨ ਆਇਆ ਕਿਉਂ ਨਹੀਂ? ਮੈਂ ਦੱਸਿਆ, ਡਿਊਟੀ ਦੇ ਕੰਮਕਾਜ ਬਹੁਤ ਸਨ ਤੇ ਤੁਹਾਡੇ ਕੋਲ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਬੇਬੇ ਨੇ ਕਿਹਾ, ਇਹ ਰੌਣਕਾਂ ਮੈਂ ਕੀ ਕਰਨੀਆਂ ਹਨ? ਮੈਂ ਉਹ ਜਿੰਦਰਾ ਹਾਂ ਜਿਹੜਾ ਕਿਸੇ ਵੱਡੇ ਕਿਲੇ ਨੂੰ ਲੱਗਾ ਹੁੰਦਾ ਹੈ। ਮੇਰੇ ਬੱਚੇ ਇਸ ਜਿੰਦਰੇ ਦੀਆਂ ਕੁੰਜੀਆਂ ਹਨ। ਤੁਹਾਡੇ ਆਉਣ ਨਾਲ ਇਹ ਜਿੰਦਰਾ ਖੁੱਲ੍ਹਦਾ ਹੈ, ਰੌਣਕਾਂ ਨਹੀਂ ਲੱਗਦੀਆਂ। ਮੈਂ ਹੁਣ ਮਿੱਟੀ ਦਾ ਵੱਡਾ ਤੇ ਪੁਰਾਣਾ ਥੇ ਹਾਂ। ਇਸ ਨੂੰ ਫਰੋਲੇਗਾ ਤਾਂ ਕਈ ਕੁਝ ਮਿਲੇਗਾ, ਠੀਕਰੇ ਨਿਕਲਣਗੇ, ਹੱਡੀਆਂ ਮਿਲਣਗੀਆਂ, ਵੱਡਾ ਖਜ਼ਾਨਾ ਨਾ ਸਹੀ, ਕੋਈ ਛੋਟਾ ਸਿੱਕਾ, ਕੋਈ ਗਹਿਣਾ ਲੱਭ ਸਕਦਾ ਹੈ। ਆਖਰ ਇੱਥੇ ਇੱਕ ਦੇਸ਼ ਵਸਦਾ ਸੀ ਕਦੀ, ਜੋ ਹੁਣ ਥੇ ਹੋ ਗਿਆ। ਕਦੀ ਕਦਾਈ ਆ ਕੇ ਇਸ ਨੂੰ ਫਰਾਲ ਜਾਇਆ ਕਰੋ। ਭਾਵ ਕਿ ਲੇਖਕ ਜਿਸ ਤਰ੍ਹਾਂ ਪਿੰਡ ਸੀ ਉਹ ਸਾਰੇ ਸ਼ਹਿਰ ਆ ਗਏ ਸੀ, ਉੱਥੇ ਸਿਰਫ ਉਹਦਾ ਇੱਕ ਭਰਾ ਰਹਿੰਦਾ ਸੀ ਜਿਹਦੇ ਕੋਲ ਬੇਬੇ ਰਹਿੰਦੀ ਸੀ। ਬੇਬੇ ਇੱਕ ਦਿਨ ਕਹਿਣ ਲੱਗੀ, ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ। ਮੇਰਾ ਪਿੰਡ ਦੇ ਲੋਕ ਮੋਰਾਂ ਨੂੰ ਮਾਰ ਕੇ ਖਾ ਜਾਂਦੇ ਨੇ। ਮੁਰਗਾਬੀਆਂ ਦਾ ਕੀ, ਕੂੰਜਾਂ ਵੀ ਨਹੀਂ ਛੱਡਦੇ। ਕੋਈ ਉੱਚੀ ਦੇ ਕੇ ਮੋਰ ਵਾਂਗ ਕਿਉਂ ਕਹਿ ਕੇ ਦੇ ਤਾਂ ਦੜੇ ਗੋਲੀ ਮਾਰਦੇ ਨੇ। ਗਿਰਜਾਂ ਤਾਂ ਰਹੀਆਂ ਨਾ ਹੋਣ, ਇਹ ਹੱਡੋ ਰੋੜੀ ਵਿੱਚ ਕਿਉਂ ਨਹੀਂ ਜਾ ਕੇ ਬੈਠ ਜਾਂਦੇ ਮੁਰਗਦ ਖਾਣ ਨੂੰ? ਮੁਰਗਦ ਮਤਲਬ ਮੁਰਦੇ, ਹੱਡੋ ਰੋੜੀ ਹੁੰਦੀ ਜਿੱਥੇ ਮਰੇ ਹੋਏ ਪਸ਼ੂ ਖੜੇ ਜਾਂਦੇ ਨੇ। ਬੇਬੇ ਨੂੰ ਹੁਣ ਘੱਟ ਸੁਣਦਾ, ਘੱਟ ਦਿਸਦਾ। ਸਾਨੂੰ ਦੇਖ ਕੇ ਕਦੀ ਖੁਸ਼ ਹੋ ਜਾਂਦੀ ਹੈ, ਕਦੀ ਉਦਾਸ। ਮੈਂ ਕਿਹਾ, ਅਸੀਂ ਖੁਸ਼ੀ ਦੀ ਗੱਲ ਤਾਂ ਦੱਸ ਦਿੰਦੇ ਹਾਂ, ਕਈ ਵਾਰ ਉਦਾਸ ਕਰਨ ਵਾਲੀ ਗੱਲ ਨਹੀਂ ਦੱਸਦੇ। ਬੇਬੇ ਨੇ ਕਿਹਾ, ਮੈਨੂੰ ਪਤਾ ਲੱਗ ਜਾਂਦਾ ਹੈ ਤੁਹਾਡੀ ਤੋਰ ਤੋਂ, ਗੱਲਾਂ ਕਰਦਿਆਂ ਤੋਂ। ਤੁਹਾਡੇ ਚਿਹਰੇ ਦੇਖਦੀ ਹਾਂ, ਗੱਲ ਨਹੀਂ ਸੁਣਦੀ, ਪਰ ਪਤਾ ਲੱਗ ਜਾਂਦਾ ਹੈ ਤੁਸੀਂ ਦੁੱਖ ਵਿੱਚ ਹੋ ਕੇ ਸੁੱਖ ਵਿੱਚ। ਬੇਬੇ ਦੀ ਉਮਰ 90 ਤੋਂ ਉੱਤੇ ਹੋ ਗਈ। ਅੰਡਰਲਾਈਨ ਕਰੋ, ਬੇਬੇ ਦੀ ਉਮਰ ਕਿੰਨੇ ਸਾਲ ਹੋ ਗਈ? 90 ਤੋਂ ਉੱਪਰ ਹੋ ਗਈ। 16 ਸਾਲ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਆਈ ਸੀ। ਹੁਣ ਤੱਕ ਮੇਰਾ ਪਿੰਡ ਉਸ ਦਾ ਪਿੰਡ ਨਹੀਂ ਬਣਿਆ। ਉਸ ਦਾ ਪਿੰਡ ਉਹੀ ਹੈ ਜਿੱਥੇ ਉਸ ਦਾ ਜਨਮ ਹੋਇਆ। ਗੱਲਾਂ ਕਰਦਿਆਂ ਹਮੇਸ਼ਾ ਇਹੀ ਆਖਦੀ, ਤੇਰੇ ਪਿੰਡ ਮੈਂ ਇਉਂ ਕੀਤਾ। ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ, ਹੁਣ ਮੈਂ ਜਿਉਂਦੀ ਤਾਂ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤੇ ਆਪਸ ਵਿੱਚ ਵੀ ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ, ਇਹ ਰਾਜਧਾਨੀ ਟੁੱਟ ਜਾਏਗੀ। ਰਾਜਧਾਨੀ ਭਾਵ ਉਹਨਾਂ ਦਾ ਘਰ ਜਿੱਥੇ ਸਾਰੇ ਇਕੱਠੇ ਹੁੰਦੇ ਸੀ। ਤੁਸੀਂ ਬੜੀ ਤਰੱਕੀ ਕੀਤੀ ਹੈ, ਹੋਰ ਕਰੋ। ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਲੰਘਣ, ਖੁਸ਼ਹਾਲ ਹੋਵਣ। ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੌਲੀ ਦੇ ਕੇ ਆਪਣੇ ਆਪ ਨੂੰ ਕਿਹਾ ਕਰੋਗੇ, ਇੱਥੇ ਸਾਡੀ ਮਾਂ ਰਿਹਾ ਕਰਦੀ ਸੀ। ਹੈਗੀ ਤਾਂ ਬੋਲੀ ਜਿਹੀ ਸੀ, ਪਰ ਚੰਗੀ ਸੀ। ਇਸ ਘਰ ਵੱਲ ਦੇਖਦਿਆਂ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰੇਗਾ। ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਪਿਆਂ ਦੀ ਸੇਵਾ ਕਰਦਾ ਸੀ। ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਨਾ, ਲੇਖਕ ਦਾ ਛੋਟਾ ਭਰਾ ਜਿਹੜਾ ਉਹ ਪਿੰਡ ਰਹਿੰਦਾ ਸੀ ਤੇ ਉਹ ਆਪਣੇ ਮਾਂ-ਬਾਪ ਦੀ ਬਹੁਤ ਸੇਵਾ ਕਰਦਾ ਸੀ। ਹਰ ਖੁਸ਼ੀ ਗਮੀ ਇੱਥੇ ਤਿੱਥ ਤਿਉਹਾਰ ਵਕਤ ਅਸੀਂ ਸਾਰੇ ਜਾਣੇ ਉਸ ਦੀ ਕੋਠੀ ਜਾ ਪੁੱਜਦੇ ਹਾਂ ਤੇ ਰੌਣਕਾਂ, ਖੁਸ਼ੀਆਂ, ਮਿਲਾਪ ਦਾ ਮੇਲਾ ਲੱਗ ਜਾਂਦਾ। ਇਸ ਮੇਲੇ ਵਿੱਚ ਜਦੋਂ ਅਸੀਂ ਵਿਦਾ ਹੋ ਕੇ ਘਰੋਂ ਘਰੀ ਜਾਣ ਲੱਗਦੇ, ਵਿਦਾ ਹੋ ਕੇ ਮਤਲਬ ਉੱਥੋਂ ਜਾਣ ਲੱਗਦੇ, ਤਾਂ ਛੋਟਾ ਭਰਾ ਹੌਲੀ ਦੇ ਕੇ ਪੁੱਛਿਆ ਕਰਦਾ ਹੈ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ? ਮੇਰੇ ਸੁਪਨਿਆਂ 'ਚ ਬੇਬੇ ਕਦੀ ਮਿਰਚਾਂ ਤੋੜਦੀ ਫਿਰਦੀ ਖੇਤਾਂ ਵਿੱਚ, ਕਦੀ ਕਪਾਹ ਚੁਗਦੀ, ਕਦੇ ਵਸ਼ਰੂਆਂ ਦੀਆਂ ਬੂਥੀਆਂ ਪਲੋਸ ਰਹੀ ਹੁੰਦੀ, ਕਿਤੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ। ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ, ਮਿੱਟੀ ਕੱਟੇ ਵਿੱਚ ਲੱਥ-ਪੱਥ ਉਹ ਕਦੀ ਝਾੜੂ ਦਿੰਦੀ ਦਿਸਦੀ, ਕਦੀ ਪੱਥਦੀ ਦਿਸਦੀ। ਲੇਖਕ ਜਿਹੜਾ ਆ ਉਹਨੂੰ ਆਪਣੀ ਮਾਤਾ ਮਰਨ ਤੋਂ ਬਾਅਦ ਹੀ ਸੁਪਨਿਆਂ ਦੇ ਵਿੱਚ ਉਹ ਉਸੇ ਤਰ੍ਹਾਂ ਹੀ ਉਹਨੂੰ ਮਹਿਸੂਸ ਕਰਦਾ। ਧੰਨਵਾਦ।